ਕਿ ਇੱਕ ਹਸਪੀਟਲ ਦੇ ਵਾਰਡ ਦਾ ਉਦਘਾਟਨ ਕਰਨ ਵਾਸਤੇ ਹੁਣ ਬਾਹਰੋਂ ਮੁੱਖ ਮੰਤਰੀ ਬੁਲਾਣੇ ਪੈਣਗੇ ਆਪਾਂ ਨੂੰ। ਇੱਕ ਸਕੂਲ ਦਾ ਨਾਮ ਬਦਲਣ ਵਾਸਤੇ ਸਾਨੂੰ ਬਾਹਰੋਂ ਮੁੱਖ ਮੰਤਰੀ ਬੁਲਾਣੇ ਪੈਣਗੇ। ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਨਹੀਂ ਕਿ ਭਗਵੰਤ ਮਾਨ ਜੀ ਕੋਈ ਛੋਟੇ ਮੁੱਖ ਮੰਤਰੀ ਹੈ ਜਾਂ ਕੋਈ ਵੱਡੇ ਮੁੱਖ ਮੰਤਰੀ ਵਾਲਾ ਵੀ ਕਿਤੇ ਨਾ ਕਿਤੇ ਕੋਈ ਪ੍ਰੋਵੀਜ਼ਨ ਹੈਗਾ। ਫਿਰ ਕਿਸ ਹਿਸਾਬ ਨਾਲ ਕਿਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਸਾਹਿਬ ਇੱਥੇ ਆਏ ਸੀ ਜਿਹਦਾ ਐਡਾ ਵੱਡਾ ਇੱਕ ਬਵੰਡਰ ਬਣਾਇਆ ਗਿਆ। ਛੋਟੇ ਛੋਟੇ ਵਾਰਡ ਦਾ ਉਦਘਾਟਨ ਜਿਹੜਾ ਇੱਕ ਐਮਐਲਏ ਲੈਵਲ ਦਾ ਆਦਮੀ ਕਰ ਸਕਦਾ ਸੀਗਾ। ਜਾਂ ਤਕਰੀਬਨ 700 ਬੱਸਿਸ ਲਾਈਆਂ ਗਈਆਂ ਕੱਲ ਪਟਿਆਲਾ ਦੇ ਵਿੱਚ ਲੋਕਾਂ ਨੂੰ ਉੱਥੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਉੱਥੇ ਇਕੱਠ ਕਰਨ ਵਾਸਤੇ ਬੁਲਾਇਆ ਗਿਆ। ਕੱਲ ਇੱਕ ਬਹੁਤ ਵੱਡਾ ਸਮਾਗਮ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਰਹਿਨੁਮਾਈ 'ਚ ਇੱਕ ਹਸਪੀਟਲ ਦਾ ਇੱਕ ਵਾਰਡ ਦਾ ਉਦਘਾਟਨ ਕੀਤਾ ਗਿਆ। ਜਿਸ ਵਾਰਡ ਦਾ ਉਦਘਾਟਨ ਕੀਤਾ ਗਿਆ ਉਹਦੇ 'ਚ 10 ਬੈੱਡ ਸੀਗੇ। ICU 10 ਬੈੱਡਡ ICU ਨੂੰ ਰੀਫਰਬਿਸ਼ ਕੀਤਾ ਗਿਆ ਸੀਗਾ ਉੱਥੇ ਤੇ ICU ਬਣਾਇਆ ਗਿਆ। ਉਸ ਤੋਂ ਕੁਝ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਆਏ ਸੀਗੇ। ਇੱਕ ਸਕੂਲ ਦਾ ਉਦਘਾਟਨ ਉਹਨਾਂ ਨੇ ਕੀਤਾ। ਉਦਘਾਟਨ ਤਾਂ ਮੈਂ ਨਹੀਂ ਕਹੂੰਗਾ, ਉਹਦਾ ਮੈਂ ਸਮਝਦਾ ਰੀਡੈਡੀਕੇਸ਼ਨ ਕਹਿ ਲਓ ਜਾਂ ਕਲੀ ਕਰਵਾਈ ਗਈ ਸੀ ਜਾਂ ਰੰਗ ਰੋਗਨ ਕਰਵਾਇਆ ਗਿਆ ਸੀਗਾ। ਜਿਹੜਾ ਸਮਾਰਟ ਸਕੂਲ ਸੀਗਾ ਉਹਦਾ ਨਾਮਕਰਨ ਸੰਸਕਾਰ ਦੁਬਾਰਾ ਤੋਂ ਕੀਤਾ ਗਿਆ ਸੀਗਾ। ਉਹਨੂੰ ਸਕੂਲ ਆਫ ਐਮੀਨੈਂਸ ਬਣਾਉਣ ਵਾਸਤੇ ਕੇਜਰੀਵਾਲ ਸਾਹਿਬ ਪੰਜਾਬ ਆਏ ਸੀਗੇ। ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਹਸਪੀਟਲ ਦੇ ਵਾਰਡ ਦਾ ਉਦਘਾਟਨ ਕਰਨ ਵਾਸਤੇ ਹੁਣ ਬਾਹਰੋਂ ਮੁੱਖ ਮੰਤਰੀ ਬੁਲਾਣੇ ਪੈਣਗੇ ਆਪਾਂ ਨੂੰ। ਇੱਕ ਸਕੂਲ ਦਾ ਨਾਮ ਬਦਲਣ ਵਾਸਤੇ ਸਾਨੂੰ ਬਾਹਰੋਂ ਮੁੱਖ ਮੰਤਰੀ ਬੁਲਾਣੇ ਪੈਣਗੇ। ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਨਹੀਂ ਕਿ ਭਗਵੰਤ ਮਾਨ ਜੀ ਕੋਈ ਛੋਟੇ ਮੁੱਖ ਮੰਤਰੀ ਹੈ ਜਾਂ ਕੋਈ ਵੱਡੇ ਮੁੱਖ ਮੰਤਰੀ ਵਾਲਾ ਵੀ ਕਿਤੇ ਨਾ ਕਿਤੇ ਕੋਈ ਪ੍ਰੋਵੀਜ਼ਨ ਹੈਗਾ। ਇੱਕ ਬਹੁਤ ਫੇਮਸ ਨਾਵਲ ਸੀਗਾ ਆਰ ਵੀ ਚਿਲਡਰਨ ਆਫ ਦ ਲੈਸਰ ਗੋਡ, ਵੀ ਅਸੀਂ ਕਿਸ ਪੰਜਾਬ ਦੀ ਆਬਾਦੀ ਦਿੱਲੀ ਨਾਲੋਂ ਜ਼ਿਆਦਾ ਹੈ। ਉੱਥੇ 7 MP ਚੁਣ ਕੇ ਜਾਂਦੇ ਆ, ਪੰਜਾਬ 'ਚੋਂ 13 ਜਾਂਦੇ ਆ। ਫਿਰ ਕਿਸ ਹਿਸਾਬ ਨਾਲ ਕਿਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਸਾਹਿਬ ਇੱਥੇ ਆਏ ਸੀ ਜਿਹਦਾ ਐਡਾ ਵੱਡਾ ਇੱਕ ਬਵੰਡਰ ਬਣਾਇਆ ਗਿਆ। ਇੱਕ ਇਸ਼ੂ ਤਾਂ ਸੀਗਾ ਵੀ ਸਾਡੇ ਮੁੱਖ ਮੰਤਰੀ ਤੇ ਉਹਨਾਂ ਦੇ ਮੁੱਖ ਮੰਤਰੀ 'ਚ ਫਰਕ ਕੀ ਹੈ, ਤੇ ਸਾਨੂੰ ਇੱਕ ਛੋਟੇ ਛੋਟੇ ਵਾਰਡ ਦਾ ਉਦਘਾਟਨ ਜਿਹੜਾ ਇੱਕ MLA ਲੈਵਲ ਦਾ ਆਦਮੀ ਕਰ ਸਕਦਾ ਸੀਗਾ। ਜਾਂ ਔਰ ਸਕੂਲ ਦਾ ਜਿਹਦਾ ਨਵੀਨੀਕਰਨ ਕੀਤਾ ਗਿਆ ਹੈ, ਨਾਮ ਬਦਲਿਆ ਗਿਆ, ਉਹਦੇ ਵਾਸਤੇ ਕੇਜਰੀਵਾਲ ਸਾਹਿਬ ਆਏ ਤੇ ਆਏ ਵੀ ਕੀ ਕਰੀਬਨ 700 ਬੱਸਿਸ ਲਾਈਆਂ ਗਈਆਂ ਕੱਲ ਪਟਿਆਲਾ ਦੇ ਵਿੱਚ ਲੋਕਾਂ ਨੂੰ ਉੱਥੇ ਆਮ ਆਦਮੀ ਪਾਰਟੀ ਦੇ ਵਰਕਰਸ ਨੂੰ ਉੱਥੇ ਇਕੱਠ ਕਰਨ ਵਾਸਤੇ ਬੁਲਾਇਆ ਗਿਆ। PRTC ਦੀ ਬੱਸਿਸ ਇਸਤੇਮਾਲ ਕੀਤੀਆਂ ਗਈਆਂ। ਤੇ ਉਸ ਤੋਂ ਵੀ ਵੱਡੀ ਗੱਲ ਹੈ ਵੀ ਟੀਚਰ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਅਸੀਂ ਉਹਨੂੰ ਹੋਰ ਕੋਈ ਜੋਬ ਨਹੀਂ ਦੇਣਾ ਇਹਦੇ ਬਾਅਦ, ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਗਾਰੰਟੀ ਸੀਗੀ ਵੀ ਇਹਨਾਂ ਨੂੰ ਹੋਰ ਕਿਸੇ ਕੰਮ ਅਦਰ ਦੈਨ ਟੀਚਿੰਗ, ਪੜ੍ਹਾਈ ਦੇ ਇਲਾਵਾ ਇਹਨਾਂ ਨੂੰ ਹੋਰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਣੀ। ਉਹ ਵਰਕਰਾਂ ਨੂੰ, ਪੋਲੀਟੀਕਲ ਪਾਰਟੀ ਦੇ ਵਰਕਰਸ ਨੂੰ ਉੱਥੇ ਉਹਨਾਂ ਦੀ ਦੇਖ ਸੰਭਾਲ ਉਹਨਾਂ ਨੂੰ ਕੋਆਰਡੀਨੇਟ ਕਰ ਰਹੇ ਸੀ। ਇੱਕ ਬੜੇ ਸ਼ਰਮ ਦੀ ਗੱਲ ਹੈ ਵੀ ਸਾਡੇ ਪੰਜਾਬ ਦਾ ਜਿਹੜਾ ਪੈਸਾ ਸੀਗਾ ਉਹ ਇਸ ਮਸਲੇ ਵਾਸਤੇ ਇੱਕ ਰੈਲੀ ਵਾਸਤੇ ਦੁਰਵਰਤੋਂ ਕੀਤੀ ਗਈ। ਪਰ ਇਸ ਗੱਲ ਦਾ ਮੈਂ ਸਮਝਦਾ ਧੰਨਵਾਦ ਵੀ ਹੈ। ਮੈਂ ਦੇਖੀ ਨਹੀਂ ਫੋਟੋਗ੍ਰਾਫਸ, ਬਟ ਆਈ ਬਿਲੀਵ ਵੀ ਘੱਟੋ ਘੱਟ ਕੇਜਰੀਵਾਲ ਸਾਹਿਬ ਨੂੰ ਲੈਣ ਵਾਸਤੇ ਜੈੱਟ ਇੱਥੋਂ ਪ੍ਰਾਈਵੇਟ ਨਹੀਂ ਭੇਜਿਆ ਗਿਆ, ਸ਼ਾਇਦ ਰੈਗੂਲਰ ਫਲਾਈਟ 'ਤੇ ਆਏ ਸੀ। ਉਹ ਚੈੱਕ ਕਰਨੀ ਪਊਗੀ, ਅਦਰਵਾਈਜ਼ ਉਹ ਖਰਚਾ ਵੀ ਪੰਜਾਬ ਦੇ ਸਿਰ 'ਤੇ ਬੇਫਜ਼ੂਲ ਪਾਇਆ ਗਿਆ। ਦੂਜੀ ਗੱਲ, ਇੱਕ ਵਾਰਡ ਬਣਾਉਣ ਵਾਸਤੇ 50,000 ਕਰੋੜ ਰੁਪਏ ਦਾ ਖਰਚਾ ਹੋਇਆ ਕਿ ਸਾਹਿਬ। ਜਿਹੜੇ ਉੱਥੇ ਉਹਨਾਂ ਨੇ ਦਮਗਜ਼ੇ ਮਾਰੇ ਵੀ ਅਸੀਂ ਗਵਰਨਰ ਸਾਹਿਬ ਨੂੰ ਚਿੱਠੀ ਲਿਖ ਕੇ ਦੱਸਾਂਗੇ ਵੀ ਅਸੀਂ ਡਿਵੈਲਪਮੈਂਟ ਦਾ ਕੰਮ ਕੀਤਾ ਹੈ, ਤੇ ਪੰਜਾਬ ਦੇ ਅੰਦਰ ਸਿਹਤਮੰਦ ਪੰਜਾਬ ਦਾ ਨੀਂਹ ਰੱਖਿਆ ਗਿਆ। ਪਟਿਆਲਾ ਦੇ ਅੰਦਰ 10 ਬੈੱਡ ਦਾ ਇੱਕ ਵਾਰਡ
ਰੀਫਰਬਿਸ਼ ਕਰਕੇ ਉੱਥੇ ਵੈਂਟੀਲੇਟਰ ਪ੍ਰੋਵਾਈਡ ਕੀਤਾ ਗਿਆ ਹੋਣਾ ਹੈ, ਜੋ ਵੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਗਈ ਹੈ, ਬਟ ਇਟ ਇਜ਼ ਓਨਲੀ 10 ਬੈਡਡ ਵਾਰਡ, ਨਾਟ ਅ ਹਸਪੀਟਲ। ਐਗਜ਼ਿਸਟਿੰਗ ਸਿਵਲ ਹਸਪੀਟਲ ਦੇ ਅੰਦਰ ਇੱਕ ਵਾਰਡ ਹੈ ਜਿਹਦਾ ਉਦਘਾਟਨ ਇਹਨਾਂ ਨੇ ਕੀਤਾ ਹੈ। ਸਿਹਤਮੰਦ ਪੰਜਾਬ ਦੀ ਉਦਘਾਟਨ ਕਰਨ ਵਾਸਤੇ ਉਹਨਾਂ ਨੇ 700 ਬੱਸਿਸ ਪਲੱਸ DDPOs BDOs ਸਾਰੇ ਰੈਵਨਿਊ ਅਫਸਰ ਦੇ ਨਾਲ ਟੀਚਰਸ ਦੀ ਡਿਊਟੀ ਲਾਈ। ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ। ਅਗਰ ਸਿਹਤਮੰਦ ਪੰਜਾਬ ਇਹਨਾਂ ਦੇ ਇੱਕ 10 ਬੈਡਡ ਵਾਰਡ ਨਾਲ ਬਣਦਾ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਯਾਦ ਕਰਾਉਣਾ ਚਾਹੂੰਗਾ ਵੀ ਇਸ ਤੋਂ ਕਰੀਬਨ 8 ਦਿਨ ਪਹਿਲਾਂ 25 ਤਰੀਕ ਦੀ ਗੱਲ ਹੈ, ਜਦੋਂ ਫਿਰੋਜ਼ਪੁਰ ਦੇ ਅੰਦਰ 100 ਬੈਡਡ PGI ਸੈਟੇਲਾਈਟ ਸੈਂਟਰ ਦਾ ਟੈਂਡਰ ਕੀਤਾ ਗਿਆ ਕਰੀਬਨ 250 ਕਰੋੜ ਰੁਪਏ ਦਾ। ਉਹਦੇ ਵਾਸਤੇ ਤਾਂ ਕੋਈ ਕਿਸੇ ਕਿਸਮ ਦੀ ਕੋਈ ਹਲਾਬੂ ਜਾਂ ਕੋਈ ਕਿਸੇ ਕਿਸਮ ਦਾ ਕੁਝ ਨਹੀਂ ਕੀਤਾ ਗਿਆ। 233 ਪੁਆਇੰਟ ਸਮ ਕਰੋੜ ਦਾ ਉਹ ਦਿਨ ਟੈਂਡਰ ਲੱਗਿਆ ਹੈ, ਜਿਹਦਾ ਦਸੰਬਰ 'ਚ ਕੰਮ ਚਾਲੂ ਹੋ ਜਾਊਗਾ। ਉਹਦੇ ਵਾਸਤੇ ਤਾਂ ਕਦੇ ਭਗਵੰਤ ਮਾਨ ਜੀ ਨੇ ਧੰਨਵਾਦ ਵੀ ਨਹੀਂ ਕੀਤਾ। ਜੇ ਸਿਹਤ ਉੱਥੋਂ ਚਾਲੂ ਹੋਈ ਹੈ, ਫਿਰੋਜ਼ਪੁਰ PGI ਸੈਟੇਲਾਈਟ ਸੈਂਟਰ ਤੋਂ ਹੋਈ ਹੈ, ਜਾਂ 10 ਬੈੱਡ ਦਾ ਹਸਪੀਟਲ ਜਾਂ ਵਾਰਡ ਜਿਹੜਾ ਬਣਾਇਆ ਉੱਥੋਂ ਚਾਲੂ ਹੋ ਗਈ। ਪ੍ਰਧਾਨ ਮੰਤਰੀ ਮੋਦੀ ਜੀ ਆਏ ਮੁਹਾਲੀ ਦੇ ਅੰਦਰ, ਕੈਂਸਰ ਦਾ ਹਸਪੀਟਲ ਚਾਲੂ ਕੀਤਾ ਗਿਆ। ਉਦੋਂ ਤਾਂ ਕਿਸੇ ਨੇ ਇਸ ਕਿਸਮ ਦਾ ਨਹੀਂ ਵੀ ਸਿਹਤਮੰਦ ਪੰਜਾਬ ਉੱਥੋਂ ਬਣੂਗਾ ਕਿ ਨਹੀਂ ਬਣੂਗਾ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਖਿਲਾਫ ਪ੍ਰਧਾਨ ਮੰਤਰੀ ਆਏ, ਕੋਈ ਕਿਸੇ ਨੇ ਰੌਲਾ ਨਹੀਂ ਪਾਇਆ, ਆ ਕੇ ਉੱਥੇ ਉਦਘਾਟਨ ਕਰਕੇ ਚਲੇ ਗਏ। ਅੱਜ ਲੋਕਾਂ ਨੂੰ ਫਾਇਦਾ ਮਿਲ ਰਿਹਾ। ਇਸੇ ਤਰ੍ਹਾਂ ਏਮਜ਼ ਦਾ ਸੈਂਟਰ ਬਣਿਆ ਬਠਿੰਡੇ ਦੇ ਅੰਦਰ। ਜੇ ਉੱਥੋਂ ਸਿਹਤਮੰਦ ਪੰਜਾਬ ਨਹੀਂ ਚਾਲੂ ਹੋਇਆ ਤੇ ਭਗਵੰਤ ਮਾਨ ਜੀ ਬਾਹਲਾ ਦੂਰ ਨਿਗਾਹ ਨਾ ਮਾਰਨ, ਭਗਵੰਤ ਮਾਨ ਜੀ ਆਪਣੇ ਸੰਗਰੂਰ ਦੇ ਅੰਦਰ ਦੇਖ ਲੈਣ, ਉੱਥੇ ਸੈਂਟਰ ਬਣਿਆ ਹੋਇਆ ਹੈ। ਸਿਹਤਮੰਦ ਪੰਜਾਬ ਦਾ ਸਿੱਟਾ ਲੈਣ ਵਾਸਤੇ 10 ਬੈੱਡ ਦੇ ਹਸਪੀਟਲ ਨਾਲ ਨਹੀਂ ਸਾਹਿਬ ਕੰਮ ਚੱਲਦਾ। ਲੋਕਾਂ ਨੂੰ ਗੁੰਮਰਾਹ ਕਰਨਾ, ਲੋਕਾਂ ਨੂੰ ਬੇਵਕੂਫ ਕਰਨਾ ਛੱਡਣ। ਮੇਰੀ ਆ ਇੱਕ ਬੇਨਤੀ ਭਗਵੰਤ ਮਾਨ ਜੀ ਨੂੰ ਹੈ, 50,000 ਕਰੋੜ ਰੁਪਈਆ ਤੁਸੀਂ ਉਹਦੇ 'ਤੇ ਮਿੱਟੀ ਨਹੀਂ ਪਾ ਸਕਦੇ ਆ ਕਹਿ ਕੇ ਵੀ ਅਸੀਂ ਸਿਹਤ ਸੁਵਿਧਾਵਾਂ ਜਾਂ ਪੰਜਾਬ ਨੂੰ ਸਿਹਤਮੰਦ ਬਣਾਉਣ ਵਾਸਤੇ ਜਿਹੜਾ ਖਰਚਾ ਕੀਤਾ ਆਪਣੇ ਆਪ 'ਚ ਇੱਕ ਮੈਂ ਸਮਝਦਾ ਇਹਨਾਂ ਨੂੰ ਦੇ ਸ਼ੁੱਡ ਫੀਲ ਅਸ਼ੇਮਡ ਆਫ ਦੈਮਸੈਲਫ। ਇਹਨਾਂ ਨੂੰ ਅੰਦਰ ਝਾਕੀ ਮਾਰ ਕੇ ਦੇਖਣੀ ਚਾਹੀਦੀ ਹੈ। ਸਿਹਤਮੰਦ ਪੰਜਾਬ ਦੇ ਅਗਰ ਆંકੜੇ ਦੇਖੋ, ਜਿਹੜੇ 1.5 ਸਾਲ ਦੇ ਵਿਆਖਿਆਨ ਕਰ ਰਹੇ ਸੀਗੇ ਭਗਵੰਤ ਮਾਨ ਜੀ ਤੇ ਜ਼ਿਆਦਾ ਕੇਜਰੀਵਾਲ ਸਾਹਿਬ ਜਿਹੜੇ ਬੋਲ ਰਹੇ ਸੀਗੇ, ਉਹਦੇ 'ਚ ਸਿਹਤਮੰਦ ਪੰਜਾਬ ਦੇ ਇਹਨਾਂ ਨੇ ਖੁਦ ਐਫੀਡੇਵਿਟ ਦਿੱਤਾ ਹਾਈ ਕੋਰਟ ਦੇ ਅੰਦਰ। 266 ਬੰਦੇ ਇਸ 1.5 ਸਾਲ ਦੇ ਅੰਦਰ ਡਰੱਗ ਓਵਰਡੋਜ਼ ਦੇ ਨਾਲ ਮਰੇ। 266 ਦਾ ਐਫੀਡੇਵਿਟ ਪੰਜਾਬ ਗਵਰਨਮੈਂਟ ਨੇ ਸਬਮਿਟ ਕੀਤਾ ਹੈ। ਤੇ ਅਗਰ ਤੁਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਕੱਢ ਕੇ ਦੇਖ ਲਓ, ਉਹਨਾਂ ਦੇ ਹਿਸਾਬ ਨਾਲ 310 ਬੰਦੇ ਇਸ 1.5 ਸਾਲ ਦੇ ਪੀਰੀਅਡ ਇਹਨਾਂ ਦੇ ਰਾਜ ਦੇ ਦੌਰਾਨ, ਜਦੋਂ ਕਹਿੰਦੇ ਸੀ ਅਸੀਂ 1 ਮਹੀਨੇ ਦੇ ਅੰਦਰ ਅਸੀਂ ਇੱਥੋਂ ਡਰੱਗ ਰਿਲੇਟਡ ਇਸ਼ੂ ਖਤਮ ਕਰ ਦਿਆਂਗੇ, ਹੁਣ ਉਹਨਾਂ ਨੇ 1 ਸਾਲ ਦਾ ਟਾਈਮ ਮੰਗ ਲਿਆ ਅਗਲੇ 15 ਅਗਸਤ ਤਾਈਂ। ਪਰ ਆਹ ਸਿਹਤਮੰਦ ਪੰਜਾਬ ਤੋਂ ਦੂਜੇ ਪਾਸੇ ਆ ਜਿਹੜਾ ਹਿਸਾਬ ਕਿਤਾਬ ਹੈ ਇਹਨੂੰ ਲੈ ਕੇ ਹੈ। ਦੂਜਾ ਮਸਲਾ ਹੈ 50,000 ਕਰੋੜ ਦਾ। ਉਹਨਾਂ ਨੇ ਕਿਹਾ ਅਸੀਂ ਜਵਾਬ ਦੇਵਾਂਗੇ ਚੀਫ ਮਿਨਿਸਟਰ ਸਾਹਿਬ ਨੂੰ। ਅੱਜ ਕਹਿੰਦੇ ਹੁਣ ਚਿੱਠੀ ਆ ਵੀ ਗਈ, ਕਹਿੰਦੇ ਆਲਰੇਡੀ ਉਹਨਾਂ ਨੇ ਚਿੱਠੀ ਭੇਜਤੀ। ਵਾਈਲ ਵੀ ਆਰ ਆਪਾਂ ਇੱਥੇ ਜੁੜੇ, ਉਹਨਾਂ ਦੀ ਚਿੱਠੀ ਵੀ ਆ ਗਈ। ਪਰ ਉਸ 'ਚ ਇੱਕ ਸਭ ਤੋਂ ਵੱਡਾ ਪ੍ਰੋਮੀਨੈਂਟ ਸਵਾਲ ਜਿਹੜਾ ਮੈਂ ਉਸ 'ਚ ਜਦੋਂ ਚੀਮਾ ਸਾਹਿਬ ਨੇ ਜਿਸ ਦਿਨ ਮੈਂ ਲੰਬੀ ਚੌੜੀ ਚਿੱਠੀ ਵੀ ਬਣਾਈ ਗਵਰਨਰ ਸਾਹਿਬ ਦੇ ਅਸੀਸ ਨੂੰ ਲੈ ਕੇ, ਵੀ ਗਵਰਨਰ ਸਾਹਿਬ ਨੇ ਘੱਟੋ ਘੱਟ ਇੱਕ ਨੈਰੇਟਿਵ ਬਦਲਤਾ ਪੰਜਾਬ ਦੇ ਅੰਦਰ। ਲੋਕ ਪੁੱਛਣ ਲੱਗੇ ਵੀ 50,000 ਕਰੋੜ ਰੁਪਏ ਦਾ ਹਿਸਾਬ ਦਿਓ ਜਿਹਦੇ ਕਰਕੇ ਆ ਕਹਿ ਰਹੇ ਹੈ। ਉਹਦੇ ਵਿੱਚ ਚੀਮਾ ਸਾਹਿਬ ਦਾ ਇੱਕ ਬਹੁਤ ਵੱਡਾ ਬਿਆਨ ਲੱਗਿਆ ਸੀਗਾ ਵੀ ਅਸੀਂ 50,000 ਕਰੋੜ ਤੋਂ 27,000 ਕਰੋੜ ਰੁਪਈਆ ਕਰਜ਼ਾ ਚੁਕਾਤਾ। ਸਭ ਕਰਜ਼ਾ ਚੁਕਾਉਣਾ ਤੇ ਵਿਆਜ ਚੁਕਾਉਣਾ ਦੇ ਆਰ ਟੋਟਲੀ ਸੈਪਰੇਟ ਇਸ਼ੂਜ਼। ਅਗਰ ਕਰਜ਼ਾ ਚੁਕਾਇਆ ਹੁੰਦਾ ਤਾਂ 2,82,000 ਕਰੋੜ ਕਰਜ਼ਾ ਸੀਗਾ ਜਿਸ ਦਿਨ ਇਹਨਾਂ ਨੇ ਸਰਕਾਰ ਬਣਾਈ ਹੈ। 2,82,000 ਕਰੋੜ ਚੋਂ 30,000 ਕਰੋੜ ਘੱਟ ਕਰ ਦਿਓ, ਇਹਦਾ ਮਤਲਬ ਹੋ ਗਿਆ ਵੀ ਕਰੀਬਨ 2-2.5 ਕਰੋੜ ਕਰਜ਼ਾ ਰਹਿ ਜਾਣਾ ਚਾਹੀਦਾ ਸੀਗਾ। ਅੱਜ ਕਰਜ਼ਾ ਕਿੱਥੇ ਖੜਾ ਹੈ? ਵੱਡੀ ਗੱਲ ਹੈ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਕੈਪੀਟਲ ਐਕਸਪੈਂਸ, ਜਿਹੜਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਪਿਛਲੇ ਇਹਨਾਂ ਨੇ 120 ਦਿਨਾਂ ਦੇ ਅੰਦਰ ਜਿਹੜੇ 12,000 ਕਰੋੜ ਰੁਪਏ ਲਏ ਸੀ, ਉਸ ਚੋਂ ਸਿਰਫ ਤੇ ਸਿਰਫ 900 ਕਰੋੜ ਰੁਪਇਆ ਉਹਨਾਂ ਨੇ ਕੈਪੀਟਲ, ਜਿਹੜਾ ਕੋਈ ਇਸ ਕਿਸਮ ਦੇ ਕੋਈ ਹਸਪੀਟਲ ਜਾਂ ਸੜਕ ਜਾਂ ਕੋਈ ਉਸਾਰੀ ਕੀਤੀ ਹੋਵੇ, ਕਿਸੇ ਕੰਮ ਦੀ ਕੀਤੀ ਹੋਵੇ, ਸਿਰਫ 900 ਕਰੋੜ ਰੁਪਇਆ ਉਹਨਾਂ ਨੇ ਇਸਤੇਮਾਲ ਕੀਤਾ ਸੀ। ਉਹੀ ਸਾਰੀ ਗੱਲਾਂ ਅੱਜ ਇਹ ਚਿੱਠੀ 'ਚ ਦੁਹਰਾਉਣਗੇ। ਪਰ
ਮਸਲਾ ਹੈ ਲੋਕਾਂ ਨੂੰ ਆ ਗੁੰਮਰਾਹ ਕਰਨਾ ਛੱਡਣ, ਅਸਲ ਮੁੱਦਿਆਂ 'ਤੇ ਗੱਲ ਕਰਨ। ਕਿਉਂਕਿ ਕਰਜ਼ਾ ਚੁਕਾਉਣ ਵਾਸਤੇ ਇਹਨਾਂ ਨੇ ਜਿਹੜੀ ਸਕੀਮ ਦਿੱਤੀ ਸੀ ਵੀ ਅਸੀਂ ਕਰੀਬਨ 40 ਤੋਂ ਲੈ ਕੇ 50,000 ਕਰੋੜ ਰੁਪਇਆ ਨया ਰੈਵਨਿਊ ਜਨਰੇਟ ਕਰਾਂਗੇ ਰੇਤੇ ਨੂੰ ਲੈ ਕੇ। ਰੇਤੇ ਦੀ ਪ੍ਰੋਪਰ ਟਰਾਂਸਪੇਰੈਂਟ ਆਕਸ਼ਨਿੰਗ ਹੋਊਗੀ ਤੇ ਸਹੀ ਪੈਸਾ ਲੋਕਾਂ ਦੀ ਜੇਬਾਂ 'ਚ ਨਾ ਜਾ ਕੇ ਸਰਕਾਰ ਦੇ ਖਜ਼ਾਨੇ 'ਚ ਆਊਗਾ। ਤੇ ਜਿਹੜੀ ਸ਼ਰਾਬ ਦੀ ਵਿਕਰੀ ਹੁੰਦੀ ਹੈ, ਸ਼ਰਾਬ ਦੇ ਉੱਤੇ ਜਿਹੜਾ ਠੱਗੀ ਹੁੰਦੀਆਂ ਉਹ ਬੰਦ ਕਰਕੇ ਅਸੀਂ ਉਸ 'ਚੋਂ 20-30 ਹਜ਼ਾਰ ਕਰੋੜ ਰੁਪਏ ਉਸ 'ਚੋਂ ਕੱਢਾਂਗੇ। ਸ਼ਰਾਬ ਦਾ ਅੱਜ ਕਲੇਮ ਕਰ ਰਹੇ ਹੈ ਚੰਡੀਗੜ੍ਹੋਂ ਸਾਡੇ ਆ ਰਹੀ ਹੈ, ਉਹਦੇ ਵਿੱਚ ਮੈਂ ਬੜਾ ਸੀਰੀਅਸ ਇਲਜ਼ਾਮ ਇਹਨਾਂ 'ਤੇ ਲਾ ਰਿਹਾ। ਉਹ ਜਿਹੜੀ ਅਗਰ ਸ਼ਰਾਬ ਇੱਥੋਂ ਕਿਤੇ ਜਾ ਰਹੀ ਹੈ ਉਹ ਵੀ ਇਹਨਾਂ ਦੇ ਆਫੀਸਰ ਸਾਹਿਬਾਨ ਤੇ ਇਹਨਾਂ ਦੇ ਪੋਲੀਟੀਕਲ ਪੈਟਰਨੇਜ ਦੇ ਅੰਦਰ ਉਹਨਾਂ ਦੀ ਜੇਲ੍ਹਾਂ 'ਚ ਬੈਠੇ ਜਿਹੜੇ ਸ਼ਰਾਬ ਦੇ ਤੇ ਦੂਜੇ ਕਿਸਮ ਦੇ ਅਪਰਾਧੀ ਅਨਸਰ ਗੈਂਗਸਟਰਸ ਅੰਦਰ ਬੈਠੇ ਹੈ, ਉਹ ਉਸ ਸਾਰੇ ਧੰਦੇ ਨੂੰ ਚਲਾ ਰਹੇ ਹੈ। ਉਹਦੇ ਵਿੱਚ ਵੀ ਇਹਨਾਂ ਦੀ ਭਾਈਵਾਲੀ ਹੈਗੀ। ਆਈ ਕੈਨ ਪ੍ਰੋਵਾਈਡ ਦਾ ਟੈਲੀਫੋਨ ਨੰਬਰ ਜਿਹੜੇ ਕਿਸ ਜੇਲ੍ਹ 'ਚੋਂ ਕਿੱਥੋਂ ਕੰਮ ਕਰ ਰਹੇ ਹੈ, ਉਹਦੇ ਵਾਸਤੇ ਵੀ ਉਹਦਾ ਅੱਡ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੀ ਗੱਲ ਕਰਾਂਗੇ। ਬਟ ਨਾ ਤਾਂ ਉਹ ਪੈਸਾ ਆਇਆ, ਨਾ ਕਰਜ਼ਾ ਘਟਿਆ, ਤੇ ਆ ਵਿਆਜ ਚੁਕਾਉਣ ਵਾਸਤੇ ਕਰਜ਼ਾ ਹੋਰ ਸਰਕਾਰ ਲੈ ਰਹੀ ਹੈ। ਆ ਪੰਜਾਬ ਦੇ ਵਾਸਤੇ ਖਤਰੇ ਦੀ ਘੰਟੀ ਹੈ, ਜਿਸ ਤੋਂ ਕੇਜਰੀਵਾਲ ਸਾਹਿਬ, ਭਗਵੰਤ ਮਾਨ ਜੀ ਤੇ ਚੀਮਾ ਸਾਹਿਬ ਲੋਕਾਂ ਨੂੰ ਆਂਕੜੇ ਪੜ੍ਹਾ ਕੇ ਗੁੰਮਰਾਹ ਨਹੀਂ ਕਰ ਸਕਦੇ। ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ। ਤੀਜੀ ਗੱਲ, ਬੜੀ ਇੰਟਰਸਟਿੰਗ ਸਮੇਂ ਦੇ ਉੱਤੇ ਕੇਜਰੀਵਾਲ ਸਾਹਿਬ ਦਾ ਆਉਣਾ ਹੋਇਆ। ਕੁਝ ਦਿਨ ਪਹਿਲੇ ਕੇਜਰੀਵਾਲ ਸਾਹਿਬ ਦਾ ਜਦੋਂ 2-3 ਦਿਨ ਪਹਿਲਾਂ ਸੁਖਪਾਲ ਖਹਿਰਾ ਜੀ ਦੀ ਅਰੈਸਟ ਹੋਈ, ਉਦੋਂ ਕੇਜਰੀਵਾਲ साहब ने दिल्ली में बयान दिता सी भी किसी एक आदमी को शायद पकड़ा गया है, उसके बारे में मुझे कोई प्रॉपर जानकारी नहीं है, पर मैं उसके ज़्यादा कमेंट नहीं करना चाहूँगा। वो जिहड़ा एक आदमी सीगा कल जदों आके बोले है, घट्टो घट्ट पंजाब 'च आ के एक सीनियर लीडर जरूर बन गया भी जिहड़ा सीनियर लीडर पकड़ा गया। घट्टो घट्ट उन्होंने अपने पुराने लीडर ऑफ ओपोजिशन एक सीनियर लीडर के तौर पर तो एक्नॉलेज किया। मैं उन्होंने इस गल का भी आभारी हाँ भी एक सीनियर लीडर से जिहड़ा पकड़िया गया। ਉਹਦੇ ਰਾਹੀਂ ਕੱਲ ਜਿਹੜਾ ਉਹਨਾਂ ਦਾ ਮੈਸੇਜ ਸੀਗਾ, ਮੈਂ ਸਮਝਦਾ ਇੱਕ ਚੇਤਾਵਨੀ ਸੀਗੀ ਕਾਂਗਰਸ ਲੀਡਰਸ਼ਿਪ ਨੂੰ। ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਵੀ ਜਿਹੜੇ ਲੋਕ ਕਰਪਸ਼ਨ ਤੇ ਡਰੱਗ ਰਿਲੇਟਿਡ ਇਸ਼ੂਜ਼ ਜਿਹੜੇ ਲੀਡਰ ਹੈਗੇ ਇਹਨਾਂ ਪਾਰਟੀਆਂ 'ਚ, ਉਹਨਾਂ ਨੂੰ ਬਾਹਰ ਕੱਢ ਦਿਓ, ਸਾਰਿਆਂ ਨੂੰ ਬਾਹਰ ਕੱਢੋ। ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਉਹਦੇ 'ਤੇ ਹੁੰਕਾਰਾ ਵੀ ਭਰਵਾਇਆ ਉਹਨਾਂ ਨੇ। ਮੈਂ ਉਸ ਗੱਲ 'ਤੇ ਕਮੈਂਟ ਨਹੀਂ ਕਰਾਂਗਾ ਵੀ ਕੇਜਰੀਵਾਲ ਸਾਹਿਬ ਆਪਣੇ ਸਿਸੋਦੀਆ ਸਾਹਿਬ ਤੇ ਉੱਥੇ ਜਿਹੜੇ ਮੰਤਰੀ ਸਾਹਿਬ ਬੈਠੇ ਇਹਨਾਂ ਦੇ ਇੰਨੇ ਟਾਈਮ ਤੋਂ, ਉਹਦੇ ਵਾਸਤੇ ਦੱਸਣਾ ਭੁੱਲ ਗਏ ਵੀ ਉਹਨਾਂ ਨੂੰ ਤੁਸੀਂ ਅਜੇ ਤਾਈਂ ਕਿਉਂ ਨਹੀਂ ਕੱਢਿਆ। ਪਰ ਕਾਂਗਰਸ ਵਾਲਿਆਂ ਨੂੰ ਇੱਕ ਮੈਸੇਜ ਉਹਨਾਂ ਨੇ ਕਲੀਅਰ ਦਿੱਤਾ। ਉਹਦੇ ਵਿੱਚ ਕੈਚ ਵਰਡ ਜਿਹੜਾ ਹੈ ਉਹਨਾਂ ਨੇ ਸਿਰਫ ਕਰਪਸ਼ਨ ਵਰਡ ਇਸਤੇਮਾਲ ਨਹੀਂ ਕੀਤਾ, ਉਹਨਾਂ ਨੇ ਡਰੱਗ ਵੀ ਜਿਹੜੇ ਲੋਕ ਇਹਨਾਂ ਦੀ ਪਾਰਟੀ 'ਚ ਡਰੱਗ ਦੇ ਰਿਲੇਟਿਡ ਕੇਸ ਜਿਨ੍ਹਾਂ 'ਤੇ ਹੈਗੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਅਤੇ ਉਹਦੇ ਨਾਲ ਹੀ ਉਹਨੂੰ ਭਗਵੰਤ ਮਾਨ ਜੀ ਦੀ ਉਸ ਤੋਂ 2 ਦਿਨ ਪਹਿਲਾਂ ਵਾਲੀ ਸਟੇਟਮੈਂਟ ਹੈ ਉਹਨੂੰ ਐਡ ਕਰੋ। ਭਗਵੰਤ ਮਾਨ ਜੀ ਨੇ ਪਬਲਿਕਲੀ ਇਹ ਗੱਲ ਕਹੀ ਸੀ ਵੀ ਆ ਜਿਹੜੇ ਡਰੱਗ ਰਿਲੇਟਿਡ ਕੇਸ ਹੈਗੇ, ਚਾਹੇ 5 ਸਾਲ ਪੁਰਾਣੇ ਹੈ, ਚਾਹੇ 10 ਸਾਲ ਪੁਰਾਣੇ ਹੈ, ਚਾਹੇ 15 ਸਾਲ ਪੁਰਾਣੇ ਹੈ, ਚਾਹੇ ਕਿਸੇ ਨੇ ਆਪਣੇ ਨਾਮ ਕਢਾ ਲਏ ਹੋਣੇ ਉਸ ਸਮੇਂ ਦੀ ਸਰਕਾਰਾਂ ਮੁੱਖ ਮੰਤਰੀਆਂ ਨਾਲ ਮਿਲ ਕੇ, ਮੈਂ ਛੱਡਣੇ ਉਹ ਵੀ ਨਹੀਂ। ਇਹਦਾ ਮਤਲਬ ਹੈ ਵੀ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਮਾਰੀ ਵੀ ਜਾਂਦੇ ਆ, ਦੂਜੇ ਪਾਸੇ ਰੋਣ ਵੀ ਨਹੀਂ ਦਿੰਦੇ। ਇੱਕ ਕਲੀਅਰ ਕੱਟ ਮੈਸੇਜ ਧਮਕਾਇਆ ਹੈ ਪੰਜਾਬ ਕਾਂਗਰਸ ਦੀ ਉਸ ਸੀਨੀਅਰ ਲੀਡਰਸ਼ਿਪ ਨੂੰ ਜਿਨ੍ਹਾਂ ਦੇ ਮਨ ਦੇ ਅੰਦਰ ਖੋਟ ਹੈ ਵੀ ਤੁਸੀਂ ਬੰਦੇ ਬਣ ਜਾਓ, ਤੁਹਾਨੂੰ ਛੱਡਣਾ ਮੈਂ ਵੀ ਨਹੀਂ। ਆਹ 3 ਮੇਨ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਇਟ ਇਜ਼ ਬੀਇੰਗ ਡਨ ਐਟ ਦਾ ਕਾਸਟ ਆਫ ਪੰਜਾਬ। ਪੰਜਾਬ ਦੇ ਪੈਸੇ ਦੀ ਦੁਰਵਰਤੋਂ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ, ਤੇ ਇਸ ਸੋ ਕਾਲਡ ਆਪਣੀ ਜਿਹੜੀ ਗਵਰਨਮੈਂਟ ਦੀ ਸਰਕਾਰੀ ਅਪੋਜੀਸ਼ਨ ਹੈ ਉਹਨੂੰ ਹੋਰ ਦਬਾ ਕੇ ਉਹਨਾਂ ਨੂੰ ਘੁਟਨਿਆਂ ਪਰਨਾ ਕਰਕੇ ਜਿਹੜਾ ਉਹਨੂੰ ਹੋਰ ਜ਼ਲੀਲ ਕਰਨ ਦਾ ਜਿਹੜਾ ਪ੍ਰਯਾਸ ਕੀਤਾ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ 3 ਪੁਆਇੰਟ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀਗਾ। कोई सवाल इस पे पूछना चाहोगे प्लीज़? हिंदी में थोड़ा सीएम की जो चिट्ठी आई है और
देखो, सीएम साहब की चिट्ठी अभी डिटेल से मैंने देखी नहीं, परंतु मैं जो उसमें बात जो बात चीमा साहब ने दोहराई थी, चीमा साहब ने कहा था कि हमने इसका ज़्यादातर पैसा आपकी चिट्ठी में जो आज आई है चिट्ठी, उसके अंदर 19,000 करोड़ का आंकड़ा उन्होंने दिया हुआ है, जबकि चीमा साहब ने जब कुछ दिन पहले कहा था उसमें 27,000 करोड़ रुपए का उन्होंने कहा था कि हमने कर्जा वापस लौटाया है। कर्जा वापस नहीं लौटाया, उन्होंने इंटरेस्ट वापस किया है। अगर कर्जा लौटाया होता तो 2,82,000 करोड़ रुपया कम होके उसी के मुताबिक कम से कम 2.5 लाख करोड़ रुपये रह जाना चाहिए था, जो कि कर्जा लगातार बढ़ता जा रहा है। 12,000 करोड़ रुपए जो इस सरकार ने पिछले मार्च से लेके जुलाई एंड तक जो लिए थे, उसमें से सिर्फ 900 करोड़ रुपया इन्होंने कैपिटल एक्सपेंस के ऊपर इस्तेमाल किया, एक्सपेंडिचर ऊपर किया है, जो कि डेवलपमेंट से रिलेटेड है। बाकी सारे का सारा इन्होंने जो तनख्वाहें देने पे या सब्सिडीज़ पे या पोस्टर पे या हेलीकॉप्टर और जेट के किराए के ऊपर इस्तेमाल किया है, जो कि पंजाब को उसको किसी किस्म का लाभ नहीं है। केजरीवाल जी जो कल कह के गए हैं, किस तरह से समझ रहे हैं? देखिए, केजरीवाल साहब ने स्पष्ट शब्दों में धमकी दी है कांग्रेस लीडरशिप को, ख़ास तौर पे उन लीडर्स को जो कि दागी हैं। करप्शन के मुद्दे पे तो हो सकता है कि बहुत सारे लोगों को कार्रवाई की गई हो, परंतु ड्रग से रिलेटेड अभी तक एक ही केस है, जो कि पुराना केस 2015 का था, सुखपाल खैरा जी के अलावा। दूसरे जो लीडर जिनके ऊपर पुराने केसेस काफ़ी अरसे पुराने, जिसको लेके भगवंत मान जी ने भी क्लैरिफिकेशन दी थी कि चाहे 5 साल पुराना केस हो, चाहे 10 साल पुराना केस हो, चाहे 15 साल पुराना ड्रग रिलेटेड केस हो, मैं सारे खोलूँगा, चाहे उस समय के मुख्यमंत्रियों ने उन लीडर्स के नाम निकाल दिए हों। तो मैं समझता हूँ ये वो लोग हैं, उनको स्पष्ट संदेश दिया गया है। आप नाम मेरे से ना पूछिए कि जो तन लागे सो तन जाने। जिनको मैसेज दिया गया है वो समझ गए हैं कि जिनकी तरफ भगवंत मान जी का और केजरीवाल साहब का इशारा था कि अगर आप 19-21 आपने की तो आपके साथ भी यही होगा जो सुखपाल खैरा जी के साथ किया गया। सब ये भगवंत मान जी क्लैरिफाई कर पाएंगे कि उन्होंने किस के कंटेक्स्ट में कहा था। भी चाहे 5 साल पुराने केस हैं, चाहे 10 साल पुराने, चाहे 15 साल हैं। इंडिया ने बोला है कनाडा को कि डिप्लोमेटिक स्ट्रेंथ जो है वो रिड्यूस की जाए कनाडा की। सब कुछ चैनल्स रन कर रहे हैं, कोई ऑफिशियली भी इस किस्म का नोटिफिकेशन नहीं आया, पर मैं इतना ही कहूँगा कि हम भारत की फॉरेन पॉलिसी है, हम उसकी कदर करते हैं, क्योंकि आज जब राष्ट्र तरक्की कर रहा है तो बहुत सी ऐसे लोग हैं जो भारत को छवि को ख़राब करने की कोशिश भी कर रहे हैं, कुछ ऐसे लोग पिट्ठू बन के। परंतु वहीं पे पंजाब बीजेपी राष्ट्रीय हितों को भी ध्यान में रखते हुए हमारे पंजाबी जो कनाडा के अंदर एक बहुत बड़ी संख्या में बैठे हैं, उनको किसी किस्म की तकलीफ़ ना हो, उनकी सुरक्षा, उनके हितों को ध्यान में रख के हर संभव प्रयास करेंगे। और जल्दी से जल्दी इस स्थिति क्लियर होने के ऊपर सेंट्रल गवर्नमेंट से हम पंजाब के उन पंजाबियों के जिन्होंने यहाँ आना जाना है, आज बच्चे हमारे पढ़ रहे हैं, उनके हितों के ऊपर पहरा देने के लिए पंजाब बीजेपी पूरी तरह सतर्क है। प्रताप सिंह बाजवा जी ने अभी फिर से दोहराया है, आम आदमी पार्टी के 32 एमएलए उनके संपर्क में हैं, लोकसभा चुनाव के बाद बढ़ रहे हैं, पंजाब में देखने को मिलेगा। उनके इस बयान को कैसे देखते हैं सर आप? देखिए, मैं समझता हूँ कि उनके बारे में एक ही बात दोहराई गई है कि पहले अपना घर संभाल लें, उसके बाद में 35 की बात करें। राहुल गांधी पंजाब में खालिस्तान के झगड़े के बीच, विवाद के बीच राहुल गांधी का जो दौरा अमृतसर का हो रहा है, उसको किस नजर से देखा जा रहा है? देखिए, गुरुघर आए हैं वो सब, और गुरुघर में आके इस मसले के ऊपर किसी किस्म की नुक्ताचीनी नहीं होनी चाहिए, मेरा मानना है। उनकी श्रद्धा और जिस सेवा भाव से वो आए उसकी कदर करनी चाहिए। परंतु आप टाइमिंग की बात कर रहे हैं, अगर उसको राजनीतिक दृष्टि से देखा जाए तो मैं समझता हूँ कि बहुत से लोगों की जो आकांक्षाएं हैं, जो उनके थे कि इस जो कंट्रोवर्सी चल रही है उसके ऊपर वो कुछ रोशनी डालेंगे। परंतु मुझे अभी नहीं पता है कि वो अभी अमृतसर हैं या चले गए, उसके ऊपर उन्होंने कोई बयान दिया है। यही असमंजस की स्थिति पंजाब कांग्रेस की बनी रहेगी जो उनके आने से पहले थी। महिला आरक्षण पर लगातार वो सवाल खड़े कर रहे हैं। उनका कहना है कि ओबीसी की अनदेखी हो रही है।
जातीय जनगणना की मांग कांग्रेस लगातार कर रही है और कांग्रेस नेता राहुल गांधी ने भी ये सवाल उठाया, कैसे देखते हैं सर जो महिला आरक्षण को लेकर केंद्र सरकार पर निशाना साधा है? देखिए, मैं समझता हूँ कि इन सारी उनकी आशंकाओं को लोकसभा में बयान देते हुए अमित शाह जी ने बहुत ही बखूबी बताया था कि कितने मिनिस्टर्स काउंसिल्स ऑफ मिनिस्टर के अंदर ओबीसी से संबंधित हैं और कितने एमएलएज या लोकल बॉडीज़ के अंदर बीजेपी के नुमाइंदे ओबीसीज़ के हैं। और जहाँ तक उन्होंने सेक्रेटरीज़ की बात की थी, गवर्नमेंट ऑफ इंडिया सेक्रेटरीज लेवल की बात की थी, तो वो भी उन्होंने, मैं समझता हूँ कांग्रेस को उनकी जो पॉलिसी, जब से ये पॉलिसी बनी है उसको लेकर उनको कटघरे में खड़ा किया था और जवाब बड़ा तसल्ली से जवाब दिया था। कांग्रेस का ऐसा बयान है कि उनका आरोप है कि प्रधानमंत्री डरे हुए हैं, सहमे हुए हैं, जो प्रधानमंत्री से उनकी विफलताओं के बारे में पूछता है या उन पर सवाल उठाता है तो प्रधानमंत्री घबरा कर उन्हीं पर सवाल जो है वो दाग देते हैं। मैं नहीं समझता कि इस मसले में किसी से कोई घबराने की ज़रूरत है। जहाँ तक ओबीसी का मसला है, आंकड़े खुद बोलते हैं सब जितने, और खुद मैं समझता हूँ कि एक ओबीसी प्रधानमंत्री से ये सवाल पूछना ही बेमायने है, क्योंकि वो खुद ओबीसी है। मनप्रीत सिंह बादल ਨੂੰ ਪਕੌੜਾ ਐਲਾਨ ਕਰਨ ਦੀ ਅਮਲ ਸ਼ੁਰੂ ਕਰ ਦਿੱਤਾ ਵਿਜੀਲੈਂਸ ਨੇ। हाँ जी, मनप्रीत सिंह बादल ਨੂੰ ਪਕੌੜਾ ਕਰਾਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਵਿਜੀਲੈਂਸ ਨੇ। देखो उन्होंने जो कुछ भी किया, मैं उस समय भी कहा भी जी आ इस किस्म की जो उन्होंने सवाल कौड़े सवाल पूछे जाते हैं भगवंत मान जी को, कोई ना कोई इस किस्म का कारनामा कर देंगे। जी टाइमिंग की गल हुण कर रहे थे, राहुल जी वाली टाइमिंग, उस किस्म नाल आ टाइमिंग जी है शंकावां पैदा करती है। भी उधरले पासे गवर्नर साहब ने सवाल पूछे, नाल दी नाल उन्होंने रैड अलर्ट या जो भी जोड़ा रैड कॉर्नर अलर्ट जोड़ा सी उन्हों का कढ़ता। सो ये गल्लां है, उन्हों की मंशा के उत्ते शक होंदा है। बहुत सारे अजे पहले उन्होंने खुद मुख्यमंत्री साहब ने इल्ज़ाम लाए सीगे, कोई सिरे नहीं चढ़े। चाहे अपने मंत्री विजय सिंगला जी के उत्ते कीता, वो कि उन्होंने कोर्ट ने बाइज्जत रिहा करता, उल्टा सरकार नूं बड़े करड़े सवाल उन्होंने बड़े स्ट्रिक्चर्स पास किए भी बिना किसी सबूत दे तुसीं एक बंदे नूं इत्थे रोलता। सो इन्हां गल्लां 'च सरकार की नीयत, इस द क्रेडिबिलिटी ऑफ द गवर्नमेंट, जिहदा उन्होंने सरकार के उत्ते भरोसा उठ गया लोगों का। अदरवाइज है जिहड़े इल्ज़ाम है जिस किस्म नाल तुसीं कह रहे हो भगौड़ा कर रहा है, बड़े सीरीयस एलीगेशन है, पर इन्हां दी नीयत साफ ही नहीं, इस करके कोई इन्हां तों गौलदा नहीं इन्हां गल्लां नूं। डॉक्टर साहब, आपने कहा पंजाब में ड्रग ओवरडोज के केसेस बढ़ रहे हैं, अराउंड 300 यू टोल्ड। आप क्या समझते हैं कि आम आदमी पार्टी की सरकार के समय में ये केसेस बढ़े हैं? नंबर 2, पंजाब में अभी भी रेगुलर डीजीपी नहीं है। तो अभी थोड़ी देर पहले प्रताप सिंह बाजवा ने पीसी किया, उन्होंने एलिगेशन लगाया कि भगवंत मान और बीजेपी मिलकर चाहते हैं कि रेगुलर डीजीपी आए। देखिए, रेगुलर या इरेगुलर जो इरेगुलरिटीज़ हैं इस मसले में, दैट इज़ अ सेपरेट इशू, परंतु इनके ही का समय में बढ़ रहा है कि नहीं बढ़ रहा, दैट इज़ समथिंग ऑफ इम्पॉर्टेंट। बिकॉज ये लोग क्या कह रहे थे, लोगों ने पुरानी सरकारों के वायदों से ऊब गए थे, लोग उकता के उनके खिलाफ वोट डाला था कि ये कुछ नया करेंगे। अगर उसी ठर्रे पे ये चल रहे हैं तो फिर इस बदलाव की क्या जरूरत थी साहब? ये बदलाव इतना महंगा पड़ा है पंजाब को कि एक 10 बेडेड आईसीयू बनाने के लिए 50,000 करोड़ रुपए का कर्जा पंजाब के ऊपर चढ़ा है। एक स्मार्ट स्कूल का नाम बदलने के लिए, स्कूल ऑफ एमिनेंस बनाने के लिए 50,000 करोड़ रुपया देना पड़े पंजाब को। रोज़ का 100 करोड़ रुपए अगर भगवंत मान जी की सरकार कर्जा ले रही है तो ये तो बड़ा महंगा बदलाव है साहब। ऐसा बदलाव तो किसी ने नहीं चाहता। जी सर। ਪ੍ਰਧਾਨ ਬਣੇ ਕਾਫੀ ਕਮੀ ਹੋ ਗਿਆ, ਤੁਸੀਂ ਮੀਟਿੰਗਾਂ ਵੀ ਕਰ ਰਹੀਆਂ ਨੇ ਹੁਣ ਅੱਗੇ ਬੀਜੇਪੀ ਲੋਕ ਸਭਾ ਸਿਰ ਤੇ ਵੀ ਹੈਗੀ ਹੈ, ਬਿਲਕੁਲ ਹੀ ਦੇਖਿਆ ਜਾਵੇ ਤੇ ਉਹਦੇ ਚ ਕਿਸ ਤਰ੍ਹਾਂ ਕੀ ਰਹੇਗਾ? ਕਿਉਂਕਿ ਹਰ ਕੋਈ ਜਿਹੜਾ ਵੀ ਡਾਕਟਰ ਸਾਹਿਬ ਪ੍ਰਧਾਨ ਬਣੇ ਆ ਉਹਨਾਂ ਕੋਲ ਬੀਜੇਪੀ ਚ ਵੱਡਾ ਸਪਾਰਕ ਨਿਕਲੇਗਾ। ਕੀ ਆਪਣੀ ਰਾਜਨੀਤੀ ਅੱਗੇ ਚੋਣਾਂ ਵੀ ਆਪਣੇ ਬਿਲਕੁਲ ਹੀ ਦੇਖੇ ਨੇੜੇ ਤੇ ਅੱਜ ਦਾ ਮੁੱਦਾ ਇਸ ਮਸਲੇ ਨੂੰ ਹੈ ਲੈ ਕੇ ਹੈ ਨਹੀਂ। ਸਾਡਾ ਜਿਹੜਾ ਮਸਲਾ ਹੈ, ਅੱਜ ਤਾਂ ਸਰਕਾਰ ਨੇ ਜਿਸ ਕਿਸਮ ਦਾ ਪੰਜਾਬ ਦੇ ਉੱਤੇ ਕਰਜ਼ੇ ਦਾ ਬੋਝ ਚਾੜ ਰਿਹਾ ਹੈ, ਤੇ ਦੂਜਾ ਮੇਨ ਸਾਡਾ ਅੱਜ ਮੁੱਦਾ ਆ ਸੀਗਾ ਵੀ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਨਹੀਂ ਵੀ ਇੱਕ ਵਾਰਡ ਦਾ ਉਦਘਾਟਨ ਕਰਾਉਣ ਵਾਸਤੇ, ਸਕੂਲ ਦਾ ਨਵੀਨੀ ਉਹਦਾ ਕਰਨ ਵਾਸਤੇ ਕੂੰਚੀ ਮਾਰਨ ਦੇ ਬਾਅਦ ਉਹਨੂੰ ਕਲੀ ਕੀਤੀ ਹੈ, ਰੰਗ ਰੋਗਨ ਕੀਤਾ ਹੈ, ਉਹਦਾ ਉਦਘਾਟਨ ਕਰਨ ਵੀ ਦਿੱਲੀੋਂ ਮੁੱਖ ਮੰਤਰੀ ਬੁਲਾਉਣਾ ਪਊਗਾ। ਸਾਡੇ ਮੁੱਖ ਮੰਤਰੀ ਦੇ ਅੰਦਰ ਕੀ ਘਾਟ ਹੈ? ਚੰਗੇ ਹੈ ਮਾੜੇ ਹੈ ਤਾਂ ਪੰਜਾਬ ਦੇ ਲੋਕਾਂ ਨੇ ਬਣਾਇਆ ਸਭ। ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਹੈ, ਉਹਨਾਂ ਨੂੰ ਇੱਕ ਵਾਰਡ ਦਾ ਉਦਘਾਟਨ ਕਰਨ ਵਾਸਤੇ ਕੇਜਰੀਵਾਲ ਸਾਹਿਬ ਨੂੰ ਬੁਲਾਉਣ ਦੀ ਕੀ ਲੋੜ ਪਈ ਆ ਦੱਸਣ। ਥੈਂਕ ਯੂ ਸਰ। आपका केजरीवाल जी के आने में आपकी आपत्ति क्या है?
मेरी आपत्ति ये नहीं है साहब, मेरी आपत्ति ये है कि हमारे मुख्यमंत्री के अंदर कमी क्या है। आज केजरीवाल साहब को सर्टिफिकेट देने की क्या जरूरत पड़ती है। हम उनसे, हमारी स्टेट दिल्ली से बड़ी स्टेट है, पर केजरीवाल साहब आके सर्टिफिकेट दे रहे हैं भगवंत मान जी को। हमें केजरीवाल साहब के सर्टिफिकेट की क्या जरूरत है साहब। पंजाब की लड़ाई हमेशा दिल्ली के साथ रही है, और दिल्ली से आके अगर वार्ड का उद्घाटन भी दिल्ली वाले आके करेंगे तो मैं समझता हूं, मैं इतने कहूँगा भगवंत मान जी को, पगड़ी संभाल